मात पिता सुत बंदप पाई। नानक हुआ पार ब्रह्म सहाय। मात पिता सुत बंदप पाई। नानक हुआ पार ब्रह्म सहाय। सुख सहज आनंद कणे गुरपुरा पूरी जाकी बाणी। अनक गुणा जाके जाहे ना गणे रहाओ। सगल सरंजाम करी प्रभु आपे। पै मनोरथ सो प्रभ जापे। अर्थ धर्म काम मोक्ष का दाता। पूरी भई सिमर सिमर विदाता। साध संग नानक रंग माणिया। कर आया पूरै गुर आनिया। साध संग नानक रंग माणिया। कर आया पूरै गुर आनिया। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुभाईमान गुरु प्यारिओ, आप सब धनता दे जोग हो। बड़े भाग ने अमृत वेले तो लैके पातशाह जी की पावन बाणी सुन रहे हो। आओ गुरबाणी विचार आरंभ करिए। आरंभता तो पहला आपस विच गुरफतेह की सांझ पाउणी। सब ने बोलना जी आखियो वाहिगुरू जी का खालसा वाहिगुरू जी की फतेह। जो शब्द आपां गैन कीता है, पढ़िया है, इस पावन शब्द नूं पंजवें पातशाह धन श्री गुरु अर्जन देव महाराज उन्हां वल्लों उचारण किया गया बलावल राग दे विच। इस पावन शब्द दे विच गुरु पातशाह जी उपदेश की बख्शिश करते ने। कह की रहे ने, समझा की रहे ने। आओ उस गल नूं आपां समझीए। जो रहाओ दी तुक है, रहाओ वाला बंद है, आप जी नूं पता है भी रहाओ वाले बंद विच पूरे दे पूरे शब्द दा जिहड़ा मेन पक्ष आ वो छुपिया हुंदा। उहनूं सेंटर कह सकते हैं, धुरा कह सकते हैं आपां। तां गुरु पातशाह ने उत्थे जिक्र कीता गा सूख सहज आनंद घणे। सुख सहज आनंद तीन गल्लां दा जिक्र कीता। सुख दा अर्थ है साडे आत्मक सुख। एक बाहरी सुख हुंदा, वैसे उहनूं आपां सुख कह दिंदे हां, पर हुंदी साडी ओह लोड़ आ। मन लो साडे शरीर नूं भोजन की लोड़ है, लोड़ पूरी हो गई, भोजन मिल गया, पर सुख नहीं मिलिया। वो एक अलग विषा
ਭੋਜਨ ਹਜਮ ਹੋਵੇਗਾ, ਖੂਨ ਬਣੇਗਾ, ਅੰਦਰ એનર્ਜੀ ਮਿਲੇਗੀ, ਤਾਂ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਸੁੱਖ ਵਾਲੇ ਪਾਸੇ ਨੂੰ ਚੱਲ ਪਏ। ਪਰ ਇਹ ਨਹੀਂ ਕਹਿ ਸਕਦੇ ਵੀ ਸੁੱਖ ਮਿਲ ਗਿਆ, ਲੋੜ ਪੂਰੀ ਹੋ ਗਈ। ਖੂਨ ਦੀ ਲੋੜ ਸੀ, ਪੂਰੀ ਹੋ ਗਈ। ਸ਼ਕਤੀ એનર્ਜੀ ਦੀ ਲੋੜ ਸੀ, ਪੂਰੀ ਹੋ ਗਈ। ਪਰ ਅੱਗੇ ਜਾ ਕੇ ਸਾਡਾ ਸੁਭਾਅ, ਆਦਤ ਕਿਹੋ ਜਿਹੀ ਆ, ਉਹ ਆਦਤ ਦੇ ਅਨੁਸਾਰ ਅੰਦਰ ਦਾ ਸੁੱਖ ਮਿਲਦਾ। ਮੋਟਰਸਾਈਕਲ, ਗੱਡੀ ਸਾਡੇ ਸਰੀਰ ਦੀ ਲੋੜ ਆ, ਪਰ ਉਹ ਲੋੜ ਨੂੰ ਕਈ ਵਾਰ ਅਸੀਂ ਸੁੱਖ ਮੰਨ ਲੈਂਦੇ ਆ, ਪਰ ਉਹ ਸੁੱਖ ਨਹੀਂ ਹੈ। ਉਹ ਸਾਡੀ ਲੋੜ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਂਦੀ ਆ। ਉਹ ਭਾਵੇਂ ਲੋੜ ਪੂਰੀ ਕਰਨ ਦੇ ਲਈ ਅਸੀਂ ਪੈਸੇ ਆਪਣੀ ਸਮਰੱਥਾ ਮੁਤਾਬਕ ਵੱਧ ਲਾਏ ਆ, ਘੱਟ ਲਾਏ ਆ, ਮਹਿੰਗਾ ਸਾਧਨ ਆ, ਸਸਤਾ ਸਾਧਨ ਆ, ਪਰ ਲੋੜ ਪੂਰੀ ਆ, ਪੂਰਤੀ ਜਿਹਨੂੰ ਆਪਾਂ ਕਹਿ ਦਿੰਦੇ ਆ। ਫਿਰ ਇਸ ਗੱਲ ਨੂੰ ਆਪਾਂ ਸਮਝਣਾ ਵੀ ਸੁੱਖ ਕੀ ਆ, ਥੋੜਾ ਜਿਹਾ ਸਮਝ ਲਓ। ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਵੀ ਬਹੁਤ ਥਾਈਂ ਜ਼ਿਕਰ ਕੀਤਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸੁੱਖ ਰੱਬ ਦੀ ਸੇਵਾ ਵਿੱਚ ਹੈ, ਪਰਮਾਤਮਾ ਪਰਮੇਸ਼ਰ ਦੀ ਸੇਵਾ ਵਿੱਚ ਹੈ, ਉਹ ਸੁੱਖ ਕਿਤੋਂ ਹੋਰ ਨਹੀਂ ਮਿਲਦਾ। ਇੱਥੇ ਦ੍ਰਿਸ਼ਟਾਂਤ ਸਾਡੇ ਘਰ ਦਾ ਨਹੀਂ ਦਿੱਤਾ, ਹਵਾਲਾ ਜਿਹੜਾ ਅੱਗੇ ਗੁਰੂ ਸਾਹਿਬ ਨੇ ਦਿੱਤਾ ਨਾ, ਉਹ ਇੱਕ ਬਹੁਤ ਵੱਡੇ ਰੈਂਕ ਦਾ ਹਵਾਲਾ ਦਿੱਤਾ, ਰਾਜ ਦਾ। ਤੇ ਦੇਖੋ, ਹਰ ਇੱਕ ਦੀ ਚਾਹਤ ਹੁੰਦੀ ਆ ਮੈਂ ਰਾਜਾ ਬਣਾ, ਪਰ ਪਾਤਸ਼ਾਹ ਕਹਿੰਦੇ ਰਾਜਾ ਬਣ ਕੇ ਵੀ ਕੀ ਕਰੇਗਾ, ਰਾਜਾ ਬਣ ਕੇ ਵੀ ਸੁੱਖ ਨਹੀਂ ਮਿਲਣਾ ਤੈਨੂੰ। ਦੇਖ ਲਾ, ਗੌਰ ਕਰਕੇ ਵੇਖ ਲਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀਐ। ਉਹ ਸੁੱਖ ਰਾਜਾ ਬਣ ਕੇ ਵੀ ਨਹੀਂ ਮਿਲਣਾ ਭਾਈ। ਜਿਹੜਾ ਸੁੱਖ ਗੋਬਿੰਦ ਪਰਮੇਸ਼ਰ ਪਰਮਾਤਮਾ ਦੀ ਸੇਵਾ ਵਿੱਚ ਲੱਗਿਆ ਮਿਲਦਾ, ਇਹਨੂੰ ਕਹਿੰਦੇ ਨੇ ਆਤਮਿਕ ਸੁੱਖ, ਆਤਮਿਕ ਆਨੰਦ ਵੀ ਕਹਿ ਸਕਦੇ ਆਪਾਂ। ਅੱਗੇ ਗੱਲ ਆਨੰਦ ਦੀ ਆ। ਹੁਣ ਸਮਝ ਆ ਗਈ ਆਪਾਂ ਨੂੰ ਵੀ ਸੁੱਖ ਕੀ ਹੈ। ਅੰਦਰ ਦਾ ਟਿਕਾ, ਅੰਦਰ ਦੀ ਸਹਿਜ ਦੀ ਅਵਸਥਾ, ਅੰਦਰ ਦੀ ਸਾਡੀ ਆਤਮਿਕ ਸ਼ਾਂਤੀ ਹੀ ਸਾਨੂੰ ਸੁੱਖ ਦਿੰਦੀ ਆ, ਅਸਲੀ ਸੁੱਖ। ਤੇ ਬਾਹਰੀ ਤੌਰ ਤੇ ਤਾਂ ਗੁਰੂ ਸਾਹਿਬ ਨੇ ਰੱਦ ਕਰ ਦਿੱਤਾ। ਭਗਤ ਰਵਿਦਾਸ ਵਰਗੇ ਵੀ ਕਹਿੰਦੇ ਨੇ, ਕੀ ਕਹਿੰਦੇ ਨੇ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੇਰਾ ਮਨ ਆ ਨਾ ਜਿਹੜਾ, ਮੇਰੇ ਮਨ ਦੇ ਫੁਰਨੇ, ਮਨ ਦੀ ਵਿਚਾਰ, ਉਹ ਤੇਰੇ ਵਰਗੀ ਹੋਵੇ ਪਾਤਸ਼ਾਹ, ਪਰ ਮੈਨੂੰ ਉੱਥੇ ਰਾਜ ਭਾਗ ਦੀ ਕੋਈ ਲੋੜ ਨਹੀਂ ਹੈ। ਪਰ ਹਰ ਇੱਕ ਦੀ ਚਾਹਤ ਆ, ਜਿਹਨੂੰ ਮਰਜ਼ੀ ਪੁੱਛ ਲਓ, ਬਿਰਲਿਆਂ ਨੂੰ ਛੱਡ ਕੇ ਵੀ ਰਾਜਾ ਬਣਨਾ ਕੋਈ ਨਹੀਂ ਕਹਿੰਦਾ ਵੀ ਮੈਂ ਨਹੀਂ ਬਣਨਾ, ਹਰੇਕ ਚਾਹੁੰਦਾ ਗਾ। ਤੇ ਰਾਜਾ ਬਣਨ ਦੇ ਲਈ ਆਰੰਭਤਾ ਹੇਠਾਂ ਤੋਂ ਕਰਨੀ ਪੈਂਦੀ ਆ। ਉਹ ਚਲੋ ਤੁਸੀਂ ਸਾਰੀ ਦੂਸਰੀ ਸਾਈਡ ਵਾਲੀ ਰਾਜਿਆਂ ਵਾਲੀ ਲਾਈਨ ਆ ਜਿਹੜੀ, ਉਹਦੇ ਬਾਰੇ ਸਮਝਦੇ ਹੋ। ਹੁਣ ਪਾਤਸ਼ਾਹ ਜੀ ਨੇ ਹਵਾਲਾ ਦਿੱਤਾ ਵੀ ਸੋ ਸੁੱਖ ਰਾਜ ਨਾ ਲਹੀ ਹੈ। ਭਗਤ ਜੀ ਕਹਿੰਦੇ ਭਾਵ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਰਾਜ ਵੀ ਨਹੀਂ ਚਾਹੀਦਾ, ਮੈਨੂੰ ਕੋਈ ਬਹੁਤੀਆਂ ਦੁਨਿਆਵੀ ਵਸਤੂਆਂ ਦੀ ਵੀ ਨਹੀਂ ਲੋੜ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ। ਚਲੋ ਗੱਲ ਉੱਥੇ ਮੁਕਤੀ ਦੀ ਵੀ ਗੱਲ, ਵੀ ਜਿਹੜੀ ਮੁਕਤੀ ਲੋਕ ਲੱਭਦੇ ਨੇ ਮੈਨੂੰ ਉਹ ਮੁਕਤੀ ਵੀ ਨਹੀਂ ਚਾਹੀਦੀ, ਵੀ ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲ ਜੇ, ਉਹਦੀ ਵੀ ਨਹੀਂ ਮੈਨੂੰ ਲੋੜ ਹੈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਚਾਹੀਦਾ ਕੀ ਆ, ਚਾਹੀਦਾ ਕੀ ਆ? ਫਿਰ ਆਪਾਂ ਵੇਖਣਾ ਨਾ, ਤਾਂ ਗੁਰੂ ਨੂੰ ਪੁੱਛਣਾ। ਭਗਤ ਜੀ ਕਹਿੰਦੇ ਮਨ ਪ੍ਰੀਤ ਚਰਨ ਕਮਲਾਰੇ। ਕਮਲਾਰੇ ਤੋਂ ਭਾਵ ਕਮਲ ਦੇ ਫੁੱਲ ਵਾਂਗ ਚਿੱਕੜ ਵਿੱਚ ਰਹਿੰਦੇ ਆ, ਮਤਲਬ ਦੁਨੀਆ ਵਿੱਚ ਰਹਿੰਦੇ ਆ। ਕਮਲ ਦੇ ਫੁੱਲ ਵਾਂਗ ਚਿੱਕੜ ਵਿੱਚ ਦੁਨੀਆ ਵਿੱਚ ਰਹਿੰਦੇ ਆ, ਵਿਚਰਦੇ ਆ। ਮੇਰਾ ਮਨ ਤੇਰੇ ਨਾਲ ਜੁੜਿਆ ਰਹੇ। ਹੇ ਵਾਹਿਗੁਰੂ, ਹੇ ਮਾਲਕ ਜੀ, ਤੇਰੇ ਨਾਲ, ਤੇਰੀ ਬਾਣੀ ਨਾਲ ਜੁੜਿਆ ਰਵੇ। ਆਹ ਮੰਗ ਮੰਗੀ ਆ ਆਪਾਂ ਵੀ, ਗੁਰੂ ਤੋਂ ਮੰਗ ਗਏ ਹੈ ਨਾ।
ਮੰਗਣੀ ਪੈਣੀ ਨਾ। ਸੁੱਖ ਕਾਹਦੇ ਚ ਆ? ਗੁਰੂ ਨਾਲ ਜੁੜਨ ਚ। ਸੁੱਖ ਕਾਹਦੇ ਚ ਆ? ਗੁਰੂ ਦੀ ਵਿਚਾਰਧਾਰਾ ਅਪਣਾਉਣ ਚ। ਸੁੱਖ ਕਾਹਦੇ ਚ ਆ? ਗੁਰੂ ਮੁਤਾਬਕ ਤੁਰਨ ਚ ਸੁੱਖ ਆ। ਮਾਂ ਦੀ ਉਂਗਲ ਫੜ ਕੇ ਤੁਰਨ ਵਿੱਚ ਸੁੱਖ ਆ, ਬਾਪ ਦੀ ਉਂਗਲ ਫੜ ਕੇ ਨਾ ਤੁਰਨ ਵਿੱਚ ਸੁੱਖ ਆ। ਬਾਪ ਦੇ ਮੋਢਿਆਂ ਤੇ ਬਹਿ ਕੇ ਤੁਰਨਾ ਸੌਖਾ, ਬਹੁਤ ਆਸਾਨ ਆ। ਇਹ ਸਾਡਾ ਬਾਪ ਆ ਨਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇਹ ਜਿਹੜਾ ਸਾਂਝਾ ਬਾਪੂ ਆ ਨਾ ਸਾਡਾ, ਇਹਦੀ ਉਂਗਲ ਫੜਨ ਤੋਂ ਭਾਵ ਇਹਦੀ ਬਾਣੀ ਦੇ ਮੁਤਾਬਕ ਤੁਰਨਾ ਸੁੱਖ ਆ। ਹੁਣ ਇੱਥੇ ਜ਼ਿਕਰ ਕੀ ਕੀਤਾ ਸੀ? ਸੂਖ। ਤੇ ਚਲੋ ਆਪਾਂ ਸੰਖੇਪ ਜੇ ਪੱਖ ਵਿੱਚ ਸੂਖ ਦੀ ਪਰਿਭਾਸ਼ਾ ਵੇਖ ਲਈ। ਫਿਰ ਅੱਗੇ ਗੱਲ ਕੀਤੀ ਆ ਸਹਿਜ ਦੀ। ਸੂਖ ਤੇ ਸਹਿਜ ਦੇ ਆਨੰਦ ਦੇ ਅਰਥ, ਆਵਾਜ਼ ਭਾਵੇਂ ਅਲੱਗ-ਅਲੱਗ ਆ, ਪਰ ਇਹਨਾਂ ਦਾ ਮੇਨ ਵਿਸ਼ਾ ਸੇਮ ਹੀ ਆ। ਉਹ ਆਪਾਂ ਗੱਲ ਕਰ ਲਈ ਵੀ ਅੰਦਰ ਦੇ ਸਹਿਜ ਨੂੰ ਸੁੱਖ ਕਿਹਾ ਜਾਂਦਾ। ਜੇ ਅੰਦਰ ਸ਼ਾਂਤੀ ਨਹੀਂ ਹੈ, ਸਹਿਜ ਨਹੀਂ ਹੈ, ਫਿਰ ਸੁੱਖ ਕਾਹਦਾ ਭਾਈ? ਫਿਰ ਤਾਂ ਭਾਵੇਂ ਜਿੰਨਾ ਮਰਜ਼ੀ ਆਪਾਂ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਖੰਡ ਕਰਦੇ ਰਹੀਏ, ਕਰਮ ਧਰਮ ਕਰਦੇ ਰਹੀਏ, ਫਿਰ ਅਸੀਂ ਕਹਿ ਨਹੀਂ ਸਕਦੇ ਵੀ ਅਸੀਂ ਅਸਲੀ ਸੁੱਖ ਦੇ ਧਾਰਨੀ ਬਣ ਗਏ, ਅਸਲੀ ਸਹਿਜ ਦੇ ਧਾਰਨੀ ਬਣ ਗਏ। ਤੁਸੀਂ ਬੜੇ ਵਾਰੀ ਇਸ਼ਾਰਾ ਲੈਤਾ, ਬਾਬਾ ਸੁਥਰਾ ਜੀ ਗੁਰੂ ਪਾਤਸ਼ਾਹ ਦੇ ਦਰਬਾਰ ਦਾ ਇੱਕ ਸੇਵਕ ਆ, ਰੱਬ ਦਾ ਪਿਆਰਾ ਹੈਗਾ। ਬੜੇ ਵਾਰੀ ਤੁਸੀਂ ਇਹਨਾਂ ਗੱਲਾਂ ਨੂੰ ਸਮਝਿਆ। ਕਹਿੰਦੇ ਨਾ, ਇੱਕ ਵਾਰੀ ਬਾਬਾ ਸੁਥਰਾ ਜੀ ਨੂੰ ਕਹਿੰਦੇ ਜੋਗੀਆਂ ਦੀ ਕਹਿ ਲੋ, ਸਾਧਾਂ ਦੀ ਕਹਿ ਲੋ, ਮੰਡਲੀ ਮਿਲ ਗਈ। ਉਹਨਾਂ ਦਾ ਮੇਨ ਬਾਬਾ ਗਾ ਸ਼ਾਂਤੀ ਸਰੂਪ। ਉਹਦਾ ਨਾਮ ਕੀ ਆ? ਸ਼ਾਂਤੀ ਸਰੂਪ। ਜਾਂ ਆਪਾਂ ਇਉਂ ਕਹਿ ਲੋ, ਚਲਦੇ ਚਲਦੇ ਉਹ ਗਰੁੱਪ ਸਾਧਾਂ ਦਾ ਗੁਰੂ ਘਰ ਆ ਗਿਆ। ਇਹ ਗੱਲ ਸੱਚੀ ਆ। ਕੋਈ ਦੁਖੀ ਆ, ਕੋਈ ਚੋਰ ਆ, ਕੋਈ ਠੱਗ ਆ, ਕਿਸੇ ਵੀ ਤਰ੍ਹਾਂ ਦੀ ਕੋਈ ਆਫਤ ਵਿੱਚ ਫਸਿਆ ਹੋਇਆ, ਚਾਹੇ ਕੋਈ ਸਾਧਾਂ ਦੀ ਮੰਡਲੀ ਆ, ਚਾਹੇ ਕੋਈ ਗ੍ਰਸਤੀਆਂ ਦੀ ਮੰਡਲੀ ਆ, ਚਾਹੇ ਕੋਈ ਕੁਛ ਵੀ ਤਰ੍ਹਾਂ ਦਾ ਗਾ, ਪਰ ਗੁਰੂ ਦੇ ਘਰ ਵੱਲ ਹੀ ਮੂੰਹ ਹੁੰਦਾ ਸਾਰਿਆਂ ਦਾ। ਹਾਂ, ਆਪਦੀ ਆਕੜ 'ਚ ਕੋਈ ਨਾ ਆਵੇ ਤਾਂ ਵੱਖਰੀ ਗੱਲ ਆ। ਕਈ ਵਾਰ ਆਕੜ ਪੈਦਾ ਹੋ ਜਾਂਦੀ ਨਾ ਵੀ ਆਦੀ ਆਕੜ 'ਚ ਨਾ ਆਵੇ, ਉਹ ਵੱਖਰੀ ਗੱਲ ਆ। ਇਹ ਮੰਨਿਆ ਜਾਂਦਾ ਵੀ ਗਰੁੱਪ ਉੱਥੇ ਪਹੁੰਚ ਗਿਆ। ਹੁਣ ਬਾਬਾ ਸੁਥਰਾ ਜੀ ਵੀ ਕੋਲੇ ਵਾਗੇ। ਪੁੱਛਣਾ ਕੀਤਾ, ਤੁਸੀਂ ਕੌਣ ਹੋ? ਦੱਸਤਾ ਉਹਨਾਂ ਨੇ। ਤੁਹਾਡਾ ਮੋਢੀ ਕੌਣ ਆ? ਸਾਡਾ ਮੋਢੀ ਆ ਹੈਗਾ। ਹਾਂਜੀ, ਸਤਿ ਸ੍ਰੀ ਅਕਾਲ, ਫਤਿਹ ਬੁਲਾਈ। ਤੇ ਪੁੱਛਣਾ ਕੀ ਕੀਤਾ, ਤੁਹਾਡਾ ਨਾਮ ਕੀ ਆ? ਕਹਿੰਦਾ ਮੇਰਾ ਨਾਮ ਆ ਸ਼ਾਂਤੀ ਸਰੂਪ। ਕਹਿੰਦਾ ਫਿਰ ਪਿੰਡੇ ਤੇ ਸਵਾਹ ਕਿਉਂ ਮਲੀ ਆ? ਕਹਿੰਦਾ ਪਹਿਲਾਂ ਤਾਂ ਹੁਣ ਸ਼ਾਂਤੀ ਸਰੂਪ ਕਹਿੰਦਾ ਨਾ, ਕਹਿੰਦਾ ਕਾਕਾ ਇਹਦੇ ਬਾਰੇ ਨਹੀਂ ਪੁੱਛਦੇ ਹੁੰਦੇ ਕੁਛ। ਦੇਖੋ, ਇੱਕ ਗੁਰੂ ਆ, ਜਿਹਨੂੰ ਜਿੰਨਾ ਪੁੱਛੀ ਜਾਓਗੇ ਓਨਾ ਹੀ ਦੱਸੀ ਜਾਂਦਾ। ਦੁਨੀਆ ਦੇ ਕਿਸੇ ਮਹੰਤ ਨੂੰ, ਕਿਸੇ ਸੰਤ ਨੂੰ, ਕਿਸੇ ਬਾਬੇ ਨੂੰ, ਪੀਰ ਨੂੰ, ਜਿਹਨੂੰ ਮਰਜ਼ੀ ਛੇੜ ਲਓ, ਪੁੱਛ ਲਓ ਵੀ ਤੂੰ ਕੰਨਾਂ 'ਚ ਕਾਂਟੇ ਕਿਉਂ ਪਾਏ ਨੇ, ਮੁੰਦਰਾਂ ਕੋ ਪਾਈਆਂ ਨੇ, ਉਹ ਗੁੱਸੇ ਹੋ ਜਾਊਗਾ। ਇਹ ਲੱਕ ਤੇ ਤੜਾਗੀਆਂ ਕੋ ਬੰਨੀਆਂ ਨੇ, ਘੁੰਗਰੂ ਕੋ ਬੰਨੇ ਨੇ, ਉਹ ਕਹੂ ਨਹੀਂ, ਨਹੀਂ ਪੁੱਛਦੇ ਹੁੰਦੇਗੇ। ਤੂੰ ਜੋ ਕਰ ਰਿਹਾਗਾ ਇਹ ਕਿਉਂ ਕਰ ਰਿਹਾਗਾ, ਇਹ ਨਹੀਂ ਪੁੱਛਦੇ ਹੁੰਦੇ। ਤੁਸੀਂ ਆਪਣੇ ਇਰਦ ਗਿਰਦ ਹੀ ਲਾ ਲਓ। ਤੁਹਾਨੂੰ ਆਪਾਂ ਕਹਿ ਦਈਏ ਵੀ ਇੱਥੇ ਭਾਈ ਆਹ ਆਪਾਂ ਬਣਾਤੀ ਸਮਾਧ, ਇਹਦੇ 'ਚ ਇੱਕ ਲਾਤੀ ਫੋਟੋ, ਇਹ ਤੁਹਾਡੇ ਪਿੰਡ ਦਾ ਭਾਈ ਸ਼ਹੀਦ ਆ, ਮੈਂ ਗਰੰਟੀ ਦਿੰਦਾ 1 2 4 ਨੂੰ ਛੱਡ ਕੇ ਕੋਈ ਨਹੀਂ ਪੁੱਛਦਾ ਵੀ ਕਿਹੜੀ ਜੰਗ 'ਚ ਸ਼ਹੀਦ ਹੋਇਆਗਾ, ਸਾਰੇ ਮੱਥਾ ਟੇਕਣਗੇ। ਇਦਾਂ ਦਾ ਸੁਭਾਅ ਨਾ ਸਾਡਾ ਸਾਰਿਆਂ ਦਾ। ਪਰ ਹਾਂ, ਉਹ ਕੋਈ ਆ ਬਿਰਲਾ ਜਿਹੜਾ ਕਹਿੰਦਾ ਵੀ ਸ਼ਹੀਦ ਕਹੀ ਜਾਂਦੇ, ਤੁਸੀਂ ਹੈ ਕਿੱਥੋਂ ਦੇ ਸ਼ਹੀਦ ਨੇ ਇਹ? ਮੰਨਦੇ ਆ ਨਾ ਆਪਾਂ ਇਸ ਗੱਲ ਨੂੰ। ਮੰਨ ਲਓ ਵੀ ਆਪਾਂ ਇੱਥੇ ਡਿਊਟੀ ਕੋਲੇ ਬਣਾ ਦਈਏ, ਵੀ ਵੱਡਾ ਸਾਰਾ ਕਮਰਾ ਬਣਾ ਦਈਏ, ਇੱਕ ਫੋਟੋ ਲਾ ਦਈਏ ਵੀ ਸ਼ਹੀਦ ਆ ਭਾਈ ਇਹ, ਬਸ ਗੱਲ ਖਤਮ ਆ, ਹੋਰ ਕੁਛ ਨਹੀਂ ਕਹਿਣਾਗਾ। ਕਿੱਥੋਂ ਦਾ, ਕੌਣ ਆ, ਕਿੱਥੇ ਸ਼ਹੀਦ ਹੋਇਆ, ਇਹਦੇ ਬਾਰੇ ਪੁੱਛਣਾ ਨਹੀਂ। ਆਪਾਂ ਨੂੰ ਪ੍ਰਚਾਰ ਵੀ ਇਹੀ ਕੀਤਾ, ਅਸੀਂ ਪੁੱਛਿਆ ਵੀ ਨਹੀਂਗਾ। ਅਸੀਂ ਗਏ, ਮੱਥਾ ਟੇਕਿਆ, ਸੁੱਖ ਸੁੱਖੀ ਅਰਦਾਸ ਕੀਤੀ, ਪੂਰੀ ਹੋ ਗਈ, ਬਸ ਗੱਲ ਖਤਮ ਆ। ਸਾਡਾ ਧਿਆਨ ਇੱਥੋਂ ਤੱਕ ਰੁਕਿਆ ਹੋਇਆ ਹੈਗਾ।
पर ये करनी वाला कोई कोई आ रब दा प्यारा, जिवें कि बाबा सोथरा जी पुछदे आ भी क्यों सवाह मिली आ, इन्ना सोहना शरीर आ कमलिया, ਸਵਾਹ ना तां मिट्टी घट्टे ना तां जवाक लिबड़दे हुंदे आ, तू तां जवाकां नूं भी गया गुजरियांगा। ਆਪਾਂ ਆਮ ਹੀ ਘਰਾਂ 'ਚ ਦੇਖ ਲਓ, ਕਈ ਵਾਰ ਕੋਈ ਵੀਰ ਆ ਨਾ, ਸੋਹਣੇ ਕੱਪੜੇ ਭੈਣ, ਦੇਖੋ ਭੈਣ ਦੀ ਡਿਊਟੀ ਆ ਕੱਪੜੇ ਧੋ ਕੇ ਪ੍ਰੈਸ ਕਰਕੇ ਦੇਣੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਚਾਹੇ ਉਹ ਪਤੀ ਦੇ ਰੂਪ 'ਚ ਆ, ਭਰਾ ਦੇ ਰੂਪ 'ਚ ਆ, ਚਾਹੇ ਬੱਚਿਆਂ ਦੇ ਰੂਪ 'ਚ ਆ। ਕਈ ਵਾਰ ਸਿਆਣਾ ਬੰਦਾ ਉਹ ਕੱਪੜਿਆਂ ਤੇ ਦਾਗ ਲਾ ਲੇ ਤੇ ਭੈਣ ਕੀ ਕਹਿੰਦੀ ਆ, ਤਿੱਖਾ ਬੋਲਦੀ ਆ, ਲੈ ਸਿਆਣਾ ਬੈਣਾ ਤੈਨੂੰ ਅਕਲ ਹੀ ਨਹੀਂ ਹੈ, ਕੱਪੜੇ ਲਿਬੜ ਲੈ ਜੇ ਹੁਣ ਪਾਏ ਸੀਗੇ। ਗੱਲ ਕੀ ਕਹੀਏ ਵੀ ਸਿਆਣਾ ਬੈਣਾ ਤੂੰ ਕੱਪੜੇ ਲਿਬੜ ਲੈ, ਦਾਗ ਛੋਟਾ ਜਾ, ਦਾਗ ਮਾਮੂਲੀ ਹੈਗਾ, ਕੱਪੜੇ ਲਿਬੜ ਲੈ। ਤੇ ਇੱਥੇ ਸ਼ਾਂਤੀ ਸਰੂਪ ਸਾਰੇ ਹੀ ਚੇਲਿਆਂ ਸਮੇਤ ਲਿਬੜਿਆ ਫਿਰਦਾਗਾ। ਤੇ ਹੁਣ ਬਾਬਾ ਸੋਤਰਾ ਜੀ ਕਹਿੰਦੇ ਨੇ, ਸਿਆਣੇ ਬਿਆਣਿਓ ਤੁਸੀਂ ਸਵਾਹ ਨਾਲ ਲਿਬੜੇ ਫਿਰਦੇ ਹੋ, ਜਵਾਖਾਂ ਦਾ ਕੰਮ ਹੁੰਦਾ ਸਵਾਹਾਂ ਨਾਲ ਲਿਬੜਨਾ। ਤਾਂ ਚਲੋ ਗੱਲ ਕਰੀਏ ਆਪਾਂ ਅੱਗੇ, ਕਿਉਂ ਮਲੀ ਆ ਇਹਦੇ ਬਾਰੇ ਨਹੀਂ ਪੁੱਛਣੀ, ਨਹੀਂ ਕਹਿੰਦਾ ਮੈਨੂੰ ਤਾਂ ਦੱਸ, ਇਹ ਸਾਡਾ ਧਰਮ ਆ। ਬਾ ਗੱਲ ਖਤਮ ਕਰਤੀ, ਧਰਮ ਆ ਸਾਡਾ, ਚਲੋ ਹੋਊਗਾ। ਸੋਤਰਾ ਜੀ ਕਹਿੰਦੇ ਹੋਊਗਾ। ਇਹ ਸਵਾਹ ਕਾਦੀ ਬਣਦੀ ਆ, ਲੈ ਹੁਣ ਆਪਾਂ ਨੂੰ ਤਾਂ ਪਤਾ ਹੀ ਹੈ ਨਾ ਵੀ ਕਾਦੀ ਬਣਦੀ ਆ, ਪਰ ਇਹ ਗੁਰੂ ਦੇ ਸਿੱਖ ਨੇ ਸਵਾਲ ਕੀਤਾ, ਜੋਗੀ ਨੂੰ, ਸਾਧ ਨੂੰ ਕਹਿ ਲੋ, ਕੀ ਸਵਾਲ ਕੀਤਾ, ਇਹ ਸਵਾਹ ਬਣਦੀ ਕਾਦੀ ਆ? ਉਹ ਕਹਿੰਦਾ ਗੋਹੇ ਦੀ। ਤੇ ਗੋਹਾ ਕਾਹਦਾ ਸੀ, ਗਾਂ ਦਾ ਸੀ ਕਿ ਮੱਝ ਬੱਕਰੀ ਦਾ ਸੀ? ਕਹਿੰਦਾ ਗਾਂ ਦਾ ਸੀ। ਹੁਣ ਬੋਲਣ ਲੱਗ ਗਿਆ ਨਾ, ਗੁਰੂ ਦੇ ਸਿੱਖ ਅੱਗੇ ਬੋਲਣਾ ਤਾਂ ਪਊ, ਜਦੋਂ ਗੁਰੂ ਦਾ ਸਿੱਖ ਬੁਲਾ ਰਿਹਾ ਨਾ, ਬੋਲਣਾ ਤਾਂ ਪਊਗਾ। ਤੇ ਗੁਰੂ ਤਾਂ ਸਾਨੂੰ ਵੀ ਰੋਜ਼ ਕਹਿੰਦਾ ਤੁਸੀਂ ਮੈਨੂੰ ਬੁਲਾਓ ਆ ਕੇ, ਮੈਨੂੰ ਰੁਮਾਲਿਆਂ 'ਚ ਢੱਕ ਕੇ ਨਾ ਰੱਖੋ। ਅੱਜ ਦੇ ਹਾਲਾਤ ਕੀ ਬਣੇ ਨੇ, ਮਾਫ ਕਰਨਾ, ਦੁੱਖ ਆ, ਦੁੱਖ ਵੀ ਆ, ਹਾਲਾਤ ਵੀ ਇਦਾਂ ਦੇ ਬਣ ਗਏ, ਦੁੱਖ ਵੀ ਆ, ਹਾਲਾਤ ਵੀ ਇਦਾਂ ਦੇ ਬਣ ਗਏ। ਅਸੀਂ ਗੁਰੂ ਕੋਲੇ ਜਾਣਾ ਹੀ ਬੰਦ ਕਰਤਾ, ਵੀ ਛੱਡੋ ਖੜਾ, ਬਸ ਅਸੀਂ ਨਹੀਂ ਜਾਣਾਗਾ। ਤੇ ਗੁਰੂ ਕਹਿੰਦਾ ਤੂੰ ਮੈਨੂੰ ਬੁਲਾ, ਬੁਲਾਉਣ ਵਾਲੀ ਗੱਲ ਤਾਂ ਦੂਰ ਦੀ ਰਹਿ ਗਈ। ਹਾਂ, ਉਹ ਜਿਹੜੇ ਗੁਰੂ ਦੇ ਸਿੱਖ ਨੇ ਉਹ ਬੁਲਾਉਂਦੇ ਨੇ ਭਾਈ, ਸਾਰਿਆਂ ਨੂੰ ਬੁਲਾਉਂਦੇ ਨੇ, ਉਹ ਤਾਂ ਉਹ ਸਾਧ ਨੂੰ ਬੁਲਾ ਰਿਹਾ ਗਾ। ਕਾਹਦਾ ਗੋਹਾ ਸੀ, ਗਾਂ ਦਾ। ਕਿਹੜੀ ਗਾਂ ਦਾ, ਗੋਰੀ ਗਾਂ ਦਾ ਕਿ ਕਾਲੀ ਗਾਂ ਦਾ? ਕਹਿੰਦਾ ਗੋਰੀ ਗਾਂ ਦਾ। ਚਲੋ ਮੰਨ ਲਓ ਨੇ ਗੱਲ ਕਲੀਅਰ ਕਰਤੀ, ਗੋਰੀ ਗਾਂ ਦਾ। ਜਦੋਂ ਇਦਾਂ ਕਿਹਾ ਨਾ ਵੀ ਗੋਰੀ ਗਾਂ ਦਾ, ਅੱਛਾ ਇਹ ਗੋਹਾ ਤੂੰ ਇਕੱਠਾ ਕੀਤਾ ਸੀ, ਕਿਸੇ ਤੋਂ ਕਰਵਾਇਆ ਸੀ? ਜਦੋਂ ਇਦਾਂ ਕਿਹਾ ਨਾ, ਜਿਹੜਾ ਸ਼ਾਂਤੀ ਸਰੂਪ ਨਾਮੀ ਪੁਰਖ ਸੀ, ਸ਼ਾਂਤੀ ਜਿਹਦਾ ਨਾਮ ਸੀ ਨਾ, ਉਹ ਡਾਂਗ ਲੈ ਕੇ ਬਾਬਾ ਸੋਥਰਾ ਜੀ ਦੇ ਮਗਰ ਪੈ ਗਿਆ। ਖੜ ਜਾ, ਕਹਿੰਦਾ ਤੈਨੂੰ ਮੈਂ ਦੱਸਦਾ, ਕਿੰਨਾ ਚਿਰ ਹੋ ਗਿਆ ਤੈਨੂੰ ਤਪਾਈ ਜਾਂਦੇ ਨੂੰ, ਕਦੇ ਪੁੱਛਦਾ ਕਾਹਦੀ ਸਵਾਹ ਬਣਦੀ ਆ, ਤੈਨੂੰ ਦੱਸਦਾ ਵੀ ਗੋਹੇ ਦੀ ਬਣਦੀ ਆ। ਫਿਰ ਪੁੱਛਦਾ ਗੋਹਾ ਗਾਂ ਮੱਝ ਦਾ ਸੀ, ਕਿਹਦਾ ਸੀ, ਗਾਂ ਦਾ ਸੀ। ਫਿਰ ਪੁੱਛਦਾ ਗਾਂ ਕਾਲੀ ਸੀ ਕਿ ਗੋਰੀ ਸੀ, ਦੱਸ। ਭਾ ਮੈਂ ਤੈਨੂੰ ਦੱਸਦਾ ਵੀ ਕਾਲੀ ਸੀ ਕਿ ਗੋਰੀ ਸੀ, ਕਿਵੇਂ ਸੀ ਕਿਵੇਂ ਨਹੀਂ ਸੀ। ਮਤਲਬ ਬੁੜ ਕਰਦਾ ਬਾਬਾ ਸੋਥਰਾ ਜੀ ਦੇ ਮਗਰ ਪੈ ਗਿਆ। ਸੋਥਰਾ ਜੀ ਅੱਗੇ ਅੱਗੇ ਤੇ ਉਹ ਸਾਧਾਂ ਦਾ ਮੁਖੀਆ ਪਿੱਛੇ ਪਿੱਛੇ। ਕੀ ਹੋ ਗਿਆ ਹੁਣ, ਲੜਾਈ ਹੋ ਗਈ, ਬਹਿਸ ਹੋ ਗਈ ਨਾ। ਕੇਸ ਕਿੱਥੇ ਪਹੁੰਚ ਗਿਆ, ਗੁਰੂ ਕੋਲੇ। ਗੱਲ ਕੁਛ ਵੀ ਨਹੀਂ, ਗੱਲ ਕੁਛ ਵੀ ਨਹੀਂ, ਗੱਲ ਇੱਥੋਂ ਸ਼ੁਰੂ ਹੋਈ ਹੈ ਵੀ ਸਵਾਹ ਮਲੀ ਆ। ਸਵਾਹ ਤਾਂ ਜਵਾਕ ਮਲਦੇ ਹੁੰਦੇ ਨੇ, ਤੁਸੀਂ ਕੋ ਮਲੀ ਆ? ਗੱਲ ਕਿੱਥੇ ਪਹੁੰਚ ਗਈ, ਗੁਰੂ ਕੋਲੇ। ਗੁਰੂ ਸਾਹਿਬ ਕੋਲੇ ਜਾ ਕੇ ਬਾਬਾ ਸੋਤਰਾ ਜੀ ਕਹਿੰਦੇ ਬਚਾਓ ਜੀ ਬਚਾਓ। ਗੁਰੂ ਸਾਹਿਬ ਕੋਲੇ ਜਾ ਕੇ ਕਹਿੰਦੇ ਬਚਾਓ ਜੀ ਬਚਾਓ। ਗੁਰੂ ਸਾਹਿਬ ਕਹਿੰਦੇ ਵੀ ਕੀ ਗੱਲ ਹੋ ਗਈ? ਆਹ ਦੇਖੋ ਜੀ, ਸਾਧਾਂ ਦਾ ਮੁਖੀਆ ਮੇਰੇ ਮਗਰ ਪੈ ਗਿਆ। ਨਾ ਤਾਂ ਆਪਣੇ ਗੁਰਦੁਆਰੇ ਆ ਕੇ ਬਹਿ ਗਏ, ਇੱਥੇ ਰੋਟੀਆਂ ਖਾਣਗੇ, ਟਿਕਾਣਾ ਭਾਲਦੇ ਨੇ, ਤੇ ਨਲੇ ਮੇਰੇ ਮਗਰ ਪੈ ਗਿਆ। ਸੋਤਰੇ ਨੇ ਗੱਲ ਕਹਿਤੀ ਨਾ। ਤੇ ਸ਼ਾਂਤੀ ਸਰੂਪੀ ਕਹਿੰਦਾ ਮੇਰਾ ਵੀ ਪੱਖ ਸੁਣ ਲਓ ਜੀ, ਮੇਰਾ ਵੀ ਪੱਖ ਸੁਣ ਲਓ, ਇਹਨੂੰ ਮਾੜਾ ਜਿਹਾ ਉਹਰਾ ਕਰੋ, ਮੈਂ ਦੱਸ ਦਾਂਗਾ ਵੀ ਕਿਵੇਂ ਸਵਾਲ ਕਰਦੇ ਹੁੰਦੇ ਆ, ਕਿਵੇਂ ਗੱਲਾਂ ਕਰਦੇ ਹੁੰਦੇ ਨੇ, ਮੈਂ ਸਮਝਾਉਣਾ ਇਹਨੂੰ। ਮਤਲਬ ਸ਼ਾਂਤੀ ਸਰੂਪ ਨਾਮੀ ਬੰਦਾ ਪੂਰਾ ਗਰਮ, ਕ੍ਰੋਧਤ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਠੰਡੇ ਹੋਵੋ, ਤੁਹਾਡੀ ਦੋਨਾਂ ਦੀ ਗੱਲ ਹੀ ਆਪਾਂ ਸੁਣਾਂਗੇ, ਬਹਿ ਜਾਓ। ਸੰਗਤ ਵੀ ਬੈਠੀ ਹੈ, ਤੁਸੀਂ ਬਹਿ ਜਾਓ। ਬਹਿ ਗਏ। ਕੀ ਗੱਲ ਹੋਈ ਸੀ? ਗੱਲ ਉਹੀ ਜਿਹੜੀ ਆਪਾਂ ਕੀਤੀ ਹੈ, ਮੁੱਢ ਤੋਂ ਸ਼ੁਰੂ ਹੋ ਗਈ। ਅਸੀਂ ਆ ਗਏ ਜੀ ਇੱਥੇ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਜੀ ਆਇਆਂ ਨੂੰ, ਨਾਨਕ ਦਾ ਘਰ ਆ, ਸਭ ਦੇ ਲਈ ਬਣਿਆਗਾ, ਕੋਈ ਆਓ ਕੋਈ ਜਾਓ, ਸਭ ਲਈ ਦਰਵਾਜ਼ੇ ਖੁੱਲੇ ਨੇ। ਇੱਥੇ ਭੋਜਨ ਵੀ ਮਿਲਦਾ, ਇੱਥੇ ਭਜਨ ਵੀ ਮਿਲਦਾ, ਤੁਹਾਨੂੰ ਭੋਜਨ ਵੀ ਮਿਲੂ,
ਭਜਨ ਵੀ ਮਿਲੂ, ਭਜਨ ਮੀਨਸ ਗਿਆਨ ਵੀ ਮਿਲੂ, ਤੇ ਗਿਆਨ ਗੁਰੂ ਕੋਲੇ ਲੈਣ ਵਗ ਗਿਆ। ਹੁਣ ਉਦਾਂ ਦਾ ਸਾਧਨ ਨੇ ਆਉਣਾ ਨਹੀਂ ਸੀਗਾ ਨਾ, ਉਦਾਂ ਦਾ ਇਹ ਗਾਲਾਂ ਹੀ ਕੱਢਦੇ ਅੰਦਰੋਂ ਤਾਂ ਇਹ ਠੀਕ ਆ ਵੀ ਸਾਡੀ ਨਿਗਾਹ 'ਚ ਆ ਇਹ ਫਲਾਨਾ ਦਾਸ ਆ। ਕਾਹਦੇ ਦਾਸ ਨੇ? ਤਾਂ ਬਹੁਤ ਬੁਰਾ ਬੋਲਦਾ ਗੁਰੂ ਨੂੰ, ਇਹਨੇ ਅੰਦਰੋਂ ਤਾਂ ਬਣਦੀ ਨਹੀਂ ਨਾ ਦੀ। ਹਾਂ ਉੱਤੋਂ ਉੱਤੋਂ ਜਿੱਦੇ ਰੋਟੀਆਂ ਖਾਣੀਆਂ ਨਾ ਉਦੋਂ ਜ਼ਰੂਰ ਆ ਜਾਂਦੇ ਨੇ ਇਹ। ਚਲੋ ਹੁਣ ਗੁਰੂ ਸਾਹਿਬ ਜੀ ਪੁੱਛਦੇ ਨੇ ਗੱਲ ਕੀ ਹੋਈ ਹੈ? ਗੱਲ ਕਹਿੰਦੇ ਆਹ ਹੋਈ ਹੈ ਜੀ। ਇਹਨੇ ਮੈਨੂੰ ਪੁੱਛਿਆ ਵੀ ਸਵਾਹ ਕਿਉਂ ਮਲੀ ਹੈ? ਇਹ ਸਾਡਾ ਧਰਮ ਆ ਜੀ। ਗੁਰੂ ਸਾਹਿਬ ਕਹਿੰਦੇ ਠੀਕ ਆ। ਤੇ ਫਿਰ ਅੱਗੇ ਕੀ ਗੱਲ ਹੋਈ? ਇਹ ਪੁੱਛਦਾ ਜੀ ਸਵਾਹ ਕਾਹਦੀ ਬਣਦੀ ਹੈ? ਲੈ ਇਹਨੂੰ ਐਡਾ ਵੱਡਾ ਹੋਇਆਗਾ, ਇਹਨੂੰ ਇਹ ਨਹੀਂ ਪਤਾ ਵੀ ਸਵਾਹ ਕਾਹਦੀ ਬਣਦੀ ਆ। ਗੁਰੂ ਸਾਹਿਬ ਕਹਿੰਦੇ ਕਿਉਂ ਭਾਈ ਸੁਥਰਾ, ਤੈਨੂੰ ਪਤਾ ਨਹੀਂ ਸਵਾਹ ਕਾਹਦੀ ਬਣਦੀ ਆ? ਬਾਬਾ ਸੁਥਰਾ ਜੀ ਹੱਥ ਬੰਨੀ ਬੈਠੇ, ਕਿਉਂਕਿ ਬਾਬਾ ਸੁਥਰਾ ਉਹ ਆ ਜਿਹੜਾ ਹਰੇਕ ਨੂੰ ਸੇੜਦਾ ਸੀ, ਇਕੱਲੇ ਗੁਰੂ ਅੱਗੇ ਧੌਣ ਨੀਵੀਂ ਕਰਦਾ ਸੀ, ਸਾਰਿਆਂ ਅੱਗੇ ਧੌਣ ਉੱਚੀ ਹੁੰਦੀ ਸੀ ਉਹਦੀ। ਆ ਸਿੱਖ ਦਾ ਜੀਵਨ ਹੁੰਦਾ, ਮਤਲਬ ਸੁਹਾਗਣ ਦਾ ਜੀਵਨ ਆਪਣੇ ਪਤੀ ਸਨਮੁਖੀ ਨੀਵੀਂ ਧੌਣ ਆ ਗਈ, ਹੱਥ ਜੁੜੇ ਨੇ, ਬਾਕੀ ਤਾਂ ਉੱਚੀ ਧੌਣ 'ਚ ਫਿਰਦੀ ਆ, ਉਹ ਕਹਿੰਦੀ ਕੋਈ ਪਰਵਾਹ ਨਹੀਂ। ਇੱਥੇ ਗੁਰੂ ਅੱਗੇ ਹੱਥ ਜੁੜੇ ਪਏ ਨੇ। ਨਹੀਂ ਪਾਤਸ਼ਾਹ ਮੈਂ ਉਦੋਂ ਹੀ ਪੁੱਛਿਆ ਸੀ। ਫਿਰ ਅੱਗੇ ਲੈ ਦੇਖੋ ਜੀ ਗੱਲ ਤਾਂ ਹੋਰ ਛੱਡੋ, ਇਹ ਉਦੋਂ ਗਾਹਾਂ ਕਹਿੰਦਾ ਕਿਹੜੀ ਗਾਂ ਦਾ ਗੋਹਾ ਸੀ? ਗੋਰੀ ਗਾਂ ਦਾ ਸੀ ਕਿ ਕਾਲੀ ਗਾਂ ਦਾ ਸੀ? ਲਿਆ ਮੈਂ ਇਹਨੂੰ ਕੀ ਦੱਸਾਂ ਹੁਣ, ਗੋਰੀ ਗਾਂ ਦਾ ਸੀ ਕਾਲੀ ਗਾਂ ਦਾ ਸੀ? ਬਸ ਇੱਥੇ ਜਾ ਕੇ ਸਾਡਾ ਆਪਸ ਵਿੱਚ ਪੈ ਗਿਆ ਫਰਕ, ਤਕਰਾਰ ਹੋ ਗਿਆ, ਬਹਿਸ ਹੋ ਗਈ। ਮੈਨੂੰ ਚੜਿਆ ਗੁੱਸਾ, ਤੇ ਤੂੰ ਕੀ ਕੀਤਾ? ਗੁਰੂ ਸਾਹਿਬ ਕਹਿੰਦੇ ਫਿਰ ਕਹਿੰਦਾ ਜੀ ਮੈਂ ਡਾਂਗ ਲੈ ਕੇ ਮਗਰ ਪੈ ਗਿਆ, ਜੇ ਤੁਹਾਡੇ ਕੋਲੇ ਨਾ ਆਉਂਦਾ ਮੈਂ ਕੁੱਟਦਾ ਇਹਨੂੰ। ਗੱਲ ਖਤਮ ਕਰਤੀ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਸੁਥਰਾ ਜੀ ਤੂੰ ਆਪਣਾ ਪੱਖ ਦੱਸ। ਕਹਿੰਦਾ ਜੀ ਸੁਣ ਲਓ, ਫਿਰ ਜੇ ਤੁਸੀਂ ਕਿਹਾ ਨਾ ਸੁਣ ਲਓ। ਬਸ ਮੈਂ ਪਰਖ ਹੀ ਕੀਤੀ ਸੀ, ਮੈਨੂੰ ਨਾ ਸਵਾਹ ਨਾਲ ਮਤਲਬ ਆ, ਨਾ ਗੋਹੇ ਨਾਲ ਮਤਲਬ ਆ, ਨਾ ਗੋਰੀ ਗਾਂ ਨਾਲ ਮਤਲਬ ਆ, ਨਾ ਮੈਨੂੰ ਕਾਲੀ ਗਾਂ ਨਾਲ ਮਤਲਬ ਆ। ਮੈਂ ਤਾਂ ਟੀਕਾ ਲਾ ਕੇ ਵੇਖਿਆ ਸੀ ਵੀ ਜਿਹੜਾ ਸਾਧਾਂ ਦਾ ਮੁਖੀ ਆ ਇਹਦਾ ਨਾਂ ਗਾ ਸ਼ਾਂਤੀ। ਇਹਦੇ 'ਚ ਸ਼ਾਂਤੀ ਹੈ ਵੀ ਕਿ ਸ਼ਾਂਤੀ ਹੈ ਹੀ ਨਹੀਂ? ਮੈਂ ਤਾਂ ਆਹੀ ਦੇਖਿਆ ਸੀ। ਹੁਣ ਇੱਥੇ ਸਾਧ ਦੀ ਪੈ ਗਈ ਨੀਵੀਂ। ਦੇਖੋ ਗੱਲ ਐਨ ਜਮਾ ਜਿਵੇਂ ਆਪਾਂ ਕਹਿੰਦੇ ਫੰਨਾ ਤੇ ਮਾਰੀ, ਐਨ ਜਮਾ ਗੱਲ ਗੁਰੂ ਸਾਹਿਬ ਦੇ ਸਨਮੁਖ ਭਰੀ ਸਭਾ ਦੇ ਵਿੱਚ, ਸੰਗਤ ਦੇ ਵਿੱਚ ਉਹ ਸਾਧ ਬਾਬੇ ਨੂੰ ਨੀਵੀਂ ਪਾਉਣੀ ਪੈ ਗਈ। ਕਹਿੰਦਾ ਜੀ ਗਲਤੀ ਹੋ ਗਈ, ਮੈਨੂੰ ਨਹੀਂ ਸੀ ਪਤਾ ਵੀ ਤੁਹਾਡੇ ਸਿੱਖ ਇਹ ਵੇਖਣ ਨੂੰ ਸਿੱਧਰੇ ਜੇ ਲੱਗਦੇ ਨੇ ਤੇ ਇੰਨੇ ਤੇਜ਼ ਨੇ। ਮੈਨੂੰ ਨਹੀਂ ਸੀ ਪਤਾਗਾ, ਪਰ ਮੈਨੂੰ ਹੁਣ ਪਤਾ ਲੱਗ ਗਿਆ ਵੀ ਤੁਹਾਡੇ ਸਿੱਖਾਂ ਦੀ ਕੁਆਲਿਟੀ ਨਾ ਗੁਲਾਬ ਦੇ ਫੁੱਲ ਵਰਗੀ ਆ। ਬਸ ਅੱਜ ਤੋਂ ਬਾਅਦ ਸਾਧਗਿਰੀ ਛੱਡੀ, ਮੈਂ ਤੇਰਾ ਸਿੱਖ ਬਣ ਗਿਆ, ਮੈਨੂੰ ਆਪਣਾ ਸਿੱਖ ਬਣਾ ਲਾ। ਜਿਹੜਾ 5 ਮਿੰਟ ਪਹਿਲਾਂ ਡਾਂਗ ਲੈ ਕੇ ਮਗਰ ਪਿਆ ਸੀ, 5 ਮਿੰਟ ਬਾਅਦ ਗੁਰੂ ਨਾਨਕ ਘਰ ਦਾ ਸਿੱਖ ਬਣ ਗਿਆ। ਆ ਹੁੰਦਾ ਸ਼ਾਂਤੀ ਦਾ ਵਿਸ਼ਾ। ਭਾਵੇਂ ਉਹ ਸਿੱਖ ਕੇ ਬਣ ਗਿਆ, ਸੁਣ ਕੇ ਬਣ ਗਿਆ, ਭਾਵੇਂ ਪੜ੍ਹ ਕੇ ਬਣ ਗਿਆ, ਭਾਵੇਂ ਕਿਸੇ ਤਰੀਕੇ ਨਾਲ ਬਣ ਗਿਆ। ਇੱਥੇ 2 ਨੰਬਰ ਤੇ ਗੱਲ ਕੀਤੀ ਸੀ ਗੁਰੂ ਸਾਹਿਬ ਨੇ ਸਹਿਜ ਦੀ। ਹੁਣ ਜੇ ਆਪਾਂ ਨਾਮ ਰੱਖ ਦਈਏ ਨਾ ਵੀ ਕਾਕਾ ਸਹਿਜਦੀਪ ਸਿੰਘ ਜਾਂ ਸਹਿਜਪ੍ਰੀਤ ਸਿੰਘ, ਤੇ ਸਹਿਜ ਨੇੜੇ ਤੇੜੇ ਵੀ ਨਾ ਹੋਵੇ, ਸਹਿਜ ਮੀਨਸ ਸ਼ਾਂਤੀ, ਸ਼ਾਂਤੀ ਨੇੜੇ ਤੇੜੇ ਵੀ ਨਾ ਹੋਵੇ, ਫਿਰ ਨਾਮ ਜਚਦਾ ਨਹੀਂ ਹੈ। ਜੇ ਨਾਂ ਰੱਖਿਆ ਤਾਂ ਉਹਦੇ ਮੁਤਾਬਕ ਕੀ ਹੋਵੇ, ਅਰਥ ਵੀ ਬਣਦੇ ਹੋਣ। ਜੇ ਗੁਰੂ ਦਾ ਨਾਮ, 10ਵੇਂ ਪਾਤਸ਼ਾਹ ਦਾ ਨਾਮ ਜੇ ਨਾਮ ਰੱਖਿਆ ਨਾ ਗੋਬਿੰਦ ਸਿੰਘ, ਤੇ ਗੋਬਿੰਦ ਦਾ ਅਰਥ ਹੁੰਦਾ ਪੂਰੀ ਸ੍ਰਿਸ਼ਟੀ ਦਾ ਰਾਖਾ, ਪੂਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਮੈਨੂੰ ਤਾਂ ਨਹੀਂ ਕਿਤੇ ਦੀਂਦਾ ਵੀ ਗੁਰੂ ਸਾਹਿਬ ਨੇ ਕਦੇ ਕਿਸੇ ਨੂੰ ਪਾਲਣ ਤੋਂ ਮਨਾ ਕੀਤਾ ਹੋਊਗਾ। ਮੈਨੂੰ ਤਾਂ ਨਹੀਂ ਲੱਗਦਾ ਵੀ ਗੁਰੂ ਸਾਹਿਬ ਨੇ ਰਾਖੀ ਕਰਨ ਤੋਂ ਕਦੇ ਕਿਸੇ ਨੂੰ ਜਵਾਬ ਦਿੱਤਾ ਹੋਊਗਾ। ਜੇ ਨਾਮ ਰੱਬ ਵਾਲਾ ਰੱਖਿਆ ਨਾ ਤੇ ਗੁਣ ਵੀ ਰੱਬ ਵਾਲੇ ਨੇ। ਨਾਨਕ ਦਾ ਅਰਥ ਹੁੰਦਾ ਸਭ ਤੋਂ ਵੱਡਾ, ਨਾਨਕ ਦਾ ਅਰਥ ਹੁੰਦਾ ਸਭ ਤੋਂ ਵੱਡਾ। ਤੇ ਹੁਣ ਚੇਤਾ ਰੱਖਿਓ, ਬਾਣੀ 'ਚ ਤਾਂ ਗੁਰੂ ਨਾਨਕ ਸਾਹਿਬ ਨੂੰ ਵੱਡਾ ਹੀ ਕਿਹਾਗਾ। ਤੇ ਹੁਣ ਆਪਾਂ ਆਪਣੇ ਦਿਮਾਗ ਨਾਲ ਦੇਖੋ ਵੀ ਨਾਨਕ ਸੱਚੀ ਮੁੱਚੀ ਵੱਡਾ ਕਿ ਉਹੀ ਵੱਡਾ ਕਹੀ ਜਾਂਦੇ ਆਪਾਂ ਨੂੰ। ਸਭ ਤੋਂ ਵੱਡਾ ਸਤਿਗੁਰੂ ਨਾਨਕ ਇਦਾਂ ਹੀ ਕਹੀ ਜਾਂਦੇ ਆ ਕਿ ਹੈਗਾ ਵੀ ਆ। ਸਾਡਾ ਦਿਮਾਗ ਕੀ ਕਹੂ ਨਾ, ਹੈਗਾ। ਜੇ ਹੈਗਾ ਨਾ ਤਾਂ ਫਿਰ ਧੰਨ ਮਾਤਾ ਤ੍ਰਿਪਤਾ ਦੇਵੀ ਜਿਹਨੇ ਆਪਣੇ ਪੁੱਤ ਦਾ ਨਾਮ ਹੀ ਉਹ ਰੱਖਿਆ ਜਿਹਦੇ 'ਚ ਬੜਪਣ ਸੀ, ਤੇ ਸੱਚਮੁੱਚ ਪੁੱਤ ਵੀ ਵੱਡੇ ਜਿਗਰੇ ਵਾਲਾ ਹੀ ਸੀਗਾ। ਨਾਮ ਰੱਖਣ ਦੇ ਨਾਲ ਜ਼ਿੰਦਗੀ ਨਹੀਂ ਬਦਲਦੀ। ਜੇ ਆਪਾਂ ਆਪਣੇ ਤਲ ਤੇ ਦੇਖੀਏ, ਜੇ ਨਾਮ ਰੱਖਿਆ ਤਾਂ ਉਸ ਅਵਸਥਾ ਦੇ ਧਾਰਨੀ ਸਾਨੂੰ ਹੋ ਜਾਣਾ ਚਾਹੀਦਾ ਬਸ। ਤੇ ਅੱਜ ਦੇ ਨਾਮ ਕੀ ਨੇ? ਸ਼ੰਟੀ, ਮੰਟੀ, ਲੱਲੀ, ਛੱਲੀ,
ऐदां दे नां नेगे। ऐ नहीं पता लगदा भी कुत्ते दा नां गा कि बच्चे दा नां गा। सो सोच के देखो, नाम ते बहुत वड्डे पੱਧਰ ते डिपेंड हुंदा मनुखी जीवन, पर नाल विचारधारा भी जरूरी आ। नाम ने जिहड़े ਉਹ ਸਾਡੇ ਬੱਚਿਆਂ ਦੇ ਚੰਗੇ ਹੋਣੇ ਚਾਹੀਦੇ ਆ, ਫੱਬਦੇ ਹੋਣੇ ਚਾਹੀਦੇ ਆ, ਵੀ ਕੱਲ ਨੂੰ ਬੱਚਾ ਨਾ ਵੱਡਾ ਹੋ ਜਾਵੇ ਤੇ ਕਿਤੇ ਇਦਾਂ ਦਾ ਨਾਂ ਨਾ ਹੋਵੇ ਵੀ ਨਾਮ ਲੈਂਦੇ ਆ ਜਾਂ ਨਾਮ ਸੁਣਦੇ ਆ ਉਹਨੂੰ ਸੰਗ ਲੱਗੇ। ਚਲੋ ਇੱਕ ਅਲੱਗ ਵਿਸ਼ਾ ਗਾ। ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਸ਼ਾਂਤੀ ਦੀ, ਤੇ ਸ਼ਾਂਤੀ ਆ ਜਿਹੜੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚੋਂ ਮਿਲਦੀ ਆ। ਜਿਹੜੇ ਸਾਧ ਦਾ ਨਾਮ ਸ਼ਾਂਤੀ ਸਰੂਪ ਸੀ ਨਾ, ਉਹਦੇ ਕੋਲੇ ਸ਼ਾਂਤੀ ਨਹੀਂ ਸੀ, ਡਾਂਗ ਲੈ ਕੇ ਮੰਗਰ ਪੈ ਗਿਆ ਸੀ, ਪਰ ਨਾਨਕ ਦੇ ਘਰ ਵਿੱਚੋਂ, ਨਾਨਕ ਦੇ ਦਰ ਵਿੱਚੋਂ ਉਹਨੂੰ ਸ਼ਾਂਤੀ ਦੀ ਦਾਤ ਮਿਲੀ ਆ। ਨੰਬਰ 3 ਤੇ ਲਿਖਿਆ ਆਨੰਦ। ਆਨੰਦ ਦੇ ਅਰਥ ਵੀ ਸੇਮ ਹੀ ਨੇਗੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਜਿਹੜੀ ਦਾਤ ਆ ਇਹ ਵੀ ਗੁਰੂ ਕੋਲੋਂ ਹੀ ਪ੍ਰਾਪਤ ਹੁੰਦੀ ਹੈ। ਤੇ ਨੰਬਰ 4 ਤੇ ਲਿਖਿਆ ਘਣੇ। ਤੇ ਘਣੇ ਦਾ ਅਰਥ ਹੁੰਦਾ ਬਹੁਤ ਜ਼ਿਆਦਾ। ਘਣੇ ਦਾ ਅਰਥ ਬਹੁਤ ਜ਼ਿਆਦਾ, ਕਮੀ ਕੋਈ ਨਹੀਂ, ਢੇਰ ਲੱਗੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਦੇ 5ਵੇਂ ਰੂਪ ਚ ਕੀ ਕਹਿੰਦੇ ਨੇ? ਸਾਡੇ ਕੋਲੇ ਸੁੱਖ ਦੇ, ਸ਼ਾਂਤੀ ਦੇ, ਆਨੰਦ ਦੇ ਢੇਰ ਲੱਗੇ ਪਏ ਨੇ। ਟਣਾ ਦੇ ਹਿਸਾਬ ਚ, ਗੰਜਾਂ ਦੇ ਹਿਸਾਬ ਚ ਐਡਾ ਵੱਡਾ ਖਜ਼ਾਨਾ ਗਾ, ਵਰਤੀ ਚੱਲੋ ਜਿੰਨਾ ਮਰਜੀ। ਪਰ ਅਸੀਂ ਕਦੇ ਨਾ ਸੁੱਖ, ਨਾ ਸ਼ਾਂਤੀ, ਨਾ ਆਨੰਦ ਗੁਰੂ ਤੋਂ ਮੰਗਿਆ ਨਹੀਂ ਹੈ। ਕਾਸ਼ ਕਦੇ ਸਾਨੂੰ ਮੰਗਣ ਦੀ ਜਾਂਚ ਆ ਜਾਵੇ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਗੁਰ ਪੂਰਾ ਪੂਰੀ ਜਾਂ ਕੀ ਬਾਣੀ, ਅਨਕ ਗੁਣਾ ਜਾਂ ਕੇ ਜਾਹੇ ਨਾ ਗਣੇ। ਮੇਰਾ ਗੁਰੂ ਪੂਰਾ ਹੈ ਭਾਈ, ਪੂਰੇ ਗੁਰੂ ਦੀ ਪੂਰੀ ਬਾਣੀ ਹੈ, ਪੂਰੇ ਗੁਰੂ ਦੀ ਸੰਪੂਰਨ ਬਾਣੀ ਆ, ਬਾਣੀ 'ਚ ਵੀ ਕੋਈ ਕਮੀ ਨਹੀਂ। ਮਤਲਬ ਮੇਰਾ ਗੁਰੂ ਵੀ ਪੂਰਾ, ਮੇਰੇ ਗੁਰੂ ਦੇ ਬੋਲ ਵੀ ਪੂਰੇ ਨੇ। ਗੁਰ ਪੂਰਾ ਪੂਰੀ ਜਾਂ ਕੀ ਬਾਣੀ, ਅਨਕ ਗੁਣਾ ਜਾਂ ਕੇ, ਉਹਦੇ 'ਚ ਇੰਨੇ ਗੁਣ ਨੇ, ਮੇਰੇ ਮਾਲਕ ਵਿੱਚ ਇੰਨੇ ਗੁਣ ਨੇ। ਕਿੰਨੇ ਕੁ ਗੁਣ ਨੇ? ਉਹਦੇ ਗੁਣ ਨਾ ਫਿਰ ਪਾਤਸ਼ਾਹ ਜੀ ਕਹਿੰਦੇ ਗਿਣੇ ਨਹੀਂ ਜਾ ਸਕਦੇ, ਜਾਹੇ ਨਾ ਗਣੇ। ਗਣੇ ਤੋਂ ਭਾਵ ਗਿਣਤੀ ਮਿਣਤੀ ਨਹੀਂ ਹੋ ਸਕਦੀ। ਉਹਦੇ 'ਚ ਇੰਨੇ ਗੁਣ ਨੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਐਡਾ ਵੱਡਾ ਖਜ਼ਾਨਾ ਮੇਰੇ ਮਾਲਕ ਦੇ ਕੋਲ ਹੈ। ਇਹ ਖਜ਼ਾਨੇ ਨੂੰ ਅਸੀਂ ਵਰਤੀਏ, ਕੋਸ਼ਿਸ਼ ਕਰੀਏ ਵਰਤੀਏ, ਹੈ ਨਾ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਮਾਤ ਪਿਤਾ ਸੁੱਤ ਬੰਧਪ ਭਾਈ। ਇੱਥੇ ਗੁਰੂ ਸਾਹਿਬ ਨੇ ਨਾ 5 ਸਾਡੇ ਨਾਲ ਜੁੜਵੇਂ ਰਿਸ਼ਤਿਆਂ ਦੀ ਗੱਲ ਕੀਤੀ ਆ। ਬਹੁਤ ਥਾਈਂ ਗੱਲ ਆਉਂਦੀ ਆ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਪੂਰਬਲੇ ਕਰਮਾਂ ਕਰਕੇ ਨਾ, ਵੱਡੇ ਕਰਮਾਂ ਕਰਕੇ ਤੇਰਾ ਸੰਬੰਧ ਜੁੜਿਆ। ਮਾਂ ਬਣਨ ਦਾ ਸੁਭਾਗ ਮਿਲਿਆ, ਪਿਓ ਬਣਨ ਦਾ ਸੁਭਾਗ ਮਿਲਿਆ, ਦਾਦਾ ਦਾਦੀ ਬਣਨ ਦੀ ਸੁਭਾਗ ਮਿਲਿਆ, ਪ੍ਰਾਪਤੀ ਹੋਈ ਆ। ਇਦਾਂ ਹੋਈ ਹੈ ਨਾ, ਪੂਰਬ ਜਨਮ ਕੇ ਮਿਲੇ ਸੰਜੋਗੀ। ਪਰ ਅੱਗੇ ਕੀ ਕਹਿ ਦਿੱਤਾ? ਅੱਗੇ ਕਹਿ ਦਿੱਤਾ ਅੰਤੇ ਕੋ ਨਾ ਸਹਾਈ, ਲਾਸਟ ਵਿੱਚ ਕੋਈ ਵੀ ਤੇਰਾ ਮਦਦਗਾਰ ਨਹੀਂ ਬਣੇਗਾ। ਪਰ ਅੱਜ ਦੀ ਇਸ ਬਾਣੀ 'ਚ ਇੱਥੇ ਗੱਲ ਨਹੀਂ ਲਿਖੀ ਵੀ ਇਹਨਾਂ ਨੇ ਤੇਰੀ ਮਦਦ ਨਹੀਂ ਕਰਨੀ। ਇੱਥੇ ਕੀ ਲਿਖਿਆਗਾ? ਨਾਨਕ ਹੋਆ ਪਾਰ ਬ੍ਰਹਮ ਸਹਾਈ। ਨਹੀਂ, ਉਦਾਂ ਨਾਨਕ ਦਾ ਨਾਮ ਨਾ ਹਰ ਸ਼ਬਦ ਦੇ ਲਾਸਟ ਵਾਲੇ ਬੰਦ ਵਿੱਚ ਆਉਂਦਾ ਹੁੰਦਾ। ਇੱਕ ਗੱਲ ਹੋਰ ਦੇਖਿਓ, ਕਿੱਡੀ ਬਾਣੀ ਸੋਹਣੇ ਤਰਤੀਬ ਦੇ ਨਾਲ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੀ ਆ ਤੇ ਲਿਖਵਾਈ ਆ। ਚਾਹੇ ਬਾਣੀ ਪਹਿਲੇ ਪਾਤਸ਼ਾਹ ਦੀ ਆ, ਚਾਹੇ ਦੂਜੇ ਪਾਤਸ਼ਾਹ ਜੀ ਆ, ਚਾਹੇ ਤੀਜੇ ਪਾਤਸ਼ਾਹ ਦੀ ਆ, ਚਾਹੇ ਚੌਥੇ, ਚਾਹੇ 5ਵੇਂ, ਚਾਹੇ 9ਵੇਂ ਪਾਤਸ਼ਾਹ ਦੀ ਬਾਣੀ ਆ। ਕਿਸੇ ਵੀ ਪਾਤਸ਼ਾਹ ਨੇ ਆਪਣਾ ਨਾਮ ਨਹੀਂ ਐਡ ਕੀਤਾ, ਲਾਸਟ ਵਾਲੇ ਸ਼ਬਦ ਵਿੱਚ ਨਾਨਕ ਦਾ ਨਾਮ ਹੀ ਪਾਇਆ। ਜਿਹੜਾ ਮਰਜੀ ਸ਼ਬਦ ਫਰੋਲ ਕੇ ਦੇਖ ਲਓ। ਚਲੋ, ਕਿਸੇ ਦੇ ਅੱਗੇ ਪਾਤਾ, ਕਿਸੇ ਦੇ ਪਿੱਛੇ ਪਾਤਾ। ਗੁਰੂ ਪਾਤਸ਼ਾਹ ਨੇ ਚਾਹੇ ਤਾਂ ਅਗਲੇ ਬੰਦ ਵਿੱਚ ਸ਼ਬਦ ਵਿੱਚ ਨਾਮ ਪਾਤਾ, ਚਾਹੇ ਲਾਸਟ ਵਾਲੇ ਸ਼ਬਦ ਵਿੱਚ ਨਾਮ ਪਾ ਦਿੱਤਾ। ਹੁਣ ਇੱਥੇ ਪਹਿਲੇ ਨੰਬਰ ਦੀ ਤੁਕ ਵਿੱਚ ਹੀ ਭਾਵ ਨਾਨਕ ਦਾ ਨਾਮ ਆ ਗਿਆ। ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹਦਾ ਅਰਥ ਕੀ ਬਣ ਗਿਆ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਮਾਤਾ ਪਿਤਾ,
5 ਰਿਸ਼ਤੇਦਾਰੀਆਂ ਦੇ ਨਾਂ ਲੈਤੇ ਨੇ, ਮਾਤ ਪਿਤਾ ਸੁੱਤ ਬੰਧਪ ਭਾਈ, ਮਾਂ ਪਿਓ ਪੁੱਤ ਰਿਸ਼ਤੇਦਾਰ ਤੇ ਭਰਾ। ਇਹਨਾਂ ਪੰਜਾਂ ਦੇ ਵਿੱਚੋਂ ਮੈਂ ਇੱਕ ਚੀਜ਼ ਵੇਖਦਾਗਾ, ਕਿਹੜੀ? ਇਹਨਾਂ ਪੰਜਾਂ ਦੇ ਕਰਕੇ ਹੀ ਮੈਂ ਪਰਮਾਤਮਾ ਨਾਲ ਜੁੜਿਆ। ਮਤਲਬ ਰਿਸ਼ਤੇਦਾਰੀਆਂ ਅੱਗੇ ਸੰਖਾਂ ਫੁੱਟ ਜਾਂਦੀਆਂ, ਹੋਰ ਬਹੁਤ ਬਣ ਜਾਂਦੀਆਂ ਨੇ, ਪਰ ਮੇਨ ਦਾ ਨਾਂ ਲੈ ਕੇ ਨਾ, ਇਹਨਾਂ ਕਰਕੇ, ਇਹਨਾਂ ਦੀ ਵਜ੍ਹਾ ਕਰਕੇ ਮੈਂ ਪਰਮੇਸ਼ਰ ਪਰਮਾਤਮਾ ਨਾਲ ਜੁੜਿਆ, ਰੱਬ ਨਾਲ ਜੁੜਿਆ, ਗੁਰੂ ਨਾਲ ਜੁੜਿਆ। ਤੇ ਪਰਮਾਤਮਾ ਮੇਰੇ ਜੀਵਨ ਦੇ ਵਿੱਚ ਇਉਂ ਹੈ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਮੇਰੇ ਜੀਵਨ ਵਿੱਚ ਇਉਂ ਹੈ। ਕਿਵੇਂ? ਜਿਵੇਂ ਮੈਨੂੰ ਮੇਰੀ ਮਾਂ, ਰੱਬ ਮੈਨੂੰ ਐ ਲੱਗਦਾ ਵੀ ਮੇਰੀ ਮਾਂ ਵਰਗਾ, ਤੇ ਮੇਰੀ ਮਾਂ ਨਾਲ ਕਿੰਨਾ ਕੁ ਪਿਆਰ ਆ ਉਹ ਮੈਨੂੰ ਪਤਾ। ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਨਾ ਮੈਨੂੰ ਮੇਰੇ ਪਿਓ ਵਰਗਾ ਲੱਗਦਾ ਗਾ। ਹੁਣ ਗੁਰੂ ਨਾਨਕ ਸਾਹਿਬ ਦੇ ਪਿਓ ਦਾ ਸੁਭਾਅ ਥੋੜਾ ਜਿਹਾ ਨਾ ਆਪਾਂ ਵੇਖ ਲਓ। ਵੈਸੇ ਤਾਂ ਸਾਡੇ ਇਤਿਹਾਸ ਨੇ ਕਹਿ ਲਓ, ਸਾਡੇ ਬੁਲਾਰਿਆਂ ਨੇ ਕਹਿ ਲਓ, ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਦੇ ਨਾਲ ਬੇਇਨਸਾਫੀ ਕੀਤੀ ਆ। ਬਿਰਲੀਆਂ ਰੂਹਾਂ ਨੂੰ ਛੱਡ ਕੇ, ਜਿਨ੍ਹਾਂ ਦੇ ਅੰਦਰ ਨਾ ਥੋੜਾ ਬਹੁਤਾ ਕੋਈ ਜਾਗ ਲੱਗਿਆ ਹੋਇਆ ਸੱਚ ਦਾ, ਉਹਨਾਂ ਨੂੰ ਛੱਡ ਕੇ ਬੇਇਨਸਾਫੀ ਕਿਉਂ ਕੀਤੀ ਆ? ਮਹਿਤਾ ਕਾਲੂ ਨੂੰ ਭੈੜਾ ਹੀ ਦਿਖਾਇਆ, ਬਹੁਤ ਭੈੜਾ ਸੀ। ਉਹ ਥੱਪੜ ਮਾਰਦਾ ਸੀ ਵੱਟ ਕੇ ਗੁਰੂ ਨਾਨਕ ਸਾਹਿਬ ਦੇ, ਝਿੜਕਦਾ ਸੀ, ਕੁੱਟਦਾ ਸੀ। ਪਰ ਵਾਹਿਗੁਰੂ ਭਲਾ ਕਰੇ, ਜਿਸ ਦਿਨ ਗੁਰੂ ਨਾਨਕ ਸਾਹਿਬ ਬੇਈ ਨਦੀ ਚੋਂ ਨਿਕਲੇ ਨਾ, ਉਸ ਦਿਨ ਦਾ ਇਤਿਹਾਸ ਪੜ੍ਹ ਕੇ ਦੇਖਿਓ ਗੁਰੂ ਨਾਨਕ ਸਾਹਿਬ ਦੇ ਬਾਪ ਦਾ, ਫਿਰ ਆਪਾਂ ਨੂੰ ਪਤਾ ਲੱਗ ਜਾਊਗਾ। ਚਲੋ ਇੱਥੇ ਇਸ਼ਾਰਾ ਕੀ ਹੈ ਵੀ ਸਾਡੇ ਬਹੁਤਿਆਂ ਨੇ ਬਿਰਲਿਆਂ ਨੂੰ ਛੱਡ ਕੇ, ਰੱਬ ਦੇ ਪਿਆਰਿਆਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਮਾਤਾ ਪਿਤਾ ਦੇ ਨਾਲ ਬੇਇਨਸਾਫੀ ਕੀਤੀ ਆ। ਚਲੋ ਆਪਾਂ ਛੱਡ ਦੋ ਇੱਥੇ ਲੋਕਾਂ ਦੀ ਗੱਲ, ਆਪਣੀ ਗੱਲ, ਇਤਿਹਾਸ ਦੀ ਗੱਲ ਬਿਲਕੁਲ ਕੱਟ ਦੋ, ਛੱਡ ਦੋ ਕੁਛ ਟਾਈਮ ਦੇ ਲਈ। ਆਪਾਂ ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਹੀ ਪੁੱਛ ਲਓ ਵੀ ਤੁਹਾਡਾ ਚੰਗੇ ਧੀ ਪੁੱਤ ਹੋਣ, ਚੰਗੇ ਬੱਚੇ ਬੱਚੀਆਂ ਹੋਣ, ਚੰਗੇ ਬੱਚੇ ਬੱਚੀਆਂ ਦੇ ਪਰਥਾਏ, ਤੇ ਤੁਹਾਡਾ ਗੁਰਬਾਣੀ ਦੇ ਵਿੱਚ ਕੀ ਫੈਸਲਾ ਗਾ? ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਇਹ ਗੱਲ ਕਹੀ ਆ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਬਾਪੂ ਬਹੁਤ ਵੱਡਾ ਪ੍ਰਧਾਨ। ਪ੍ਰਧਾਨ ਦਾ ਅਰਥ ਹੁੰਦਾ ਮੰਨਿਆ ਪਰਮੰਨਿਆ, ਪਰ ਉਹ ਕੁਆਲਿਟੀ ਹੋਵੇ ਮੰਨੇ ਪਰਮੰਨੇ ਵਾਲੀ, ਕਿਤੇ ਨਾ ਹੋਵੇ ਮੰਨੇ ਪਰਮੰਨੇ ਵਾਲੀ ਕੁਆਲਿਟੀ ਨਾ ਹੋਵੇ। ਪ੍ਰਧਾਨ ਮੰਨਿਆ ਪਰਮੰਨਿਆ। ਚਲੋ ਧੰਨ ਜਨਨੀ, ਜਨਨੀ ਜਿਹਨੇ ਭਾਵ ਜਨਮ ਦਿੱਤਾ ਗਾ, ਉਹ ਮਾਂ ਬੜੀ ਧੰਨਤਾ ਦੇ ਯੋਗ ਆ, ਬੜੇ ਵੱਡੇ ਭਾਗਾਂ ਵਾਲੀ ਆ, ਜਿਹਨੇ ਬੱਚਿਆਂ ਨੂੰ, ਸਿਆਣੇ ਪੁੱਤਰ ਧੀਆਂ ਨੂੰ ਜਨਮ ਦਿੱਤਾ। ਤੇ ਹੁਣ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਦੀ ਮਾਂ ਵੀ ਭੋਲਗੂਈ ਸੀ, ਤੇ ਗੁਰੂ ਨਾਨਕ ਦਾ ਪਿਓ ਭੈੜਾ ਸੀ, ਥੱਪੜ ਮਾਰਦਾ ਸੀ। ਸਾਡੇ ਬੋਲਣ ਵਾਲੇ ਬੁਲਾਰਿਆਂ ਨੇ ਗੱਲਾਂ ਕੀਤੀਆਂ ਨੇ, ਪਰ ਇੱਥੇ ਗੁਰਬਾਣੀ ਦਾ ਫੈਸਲਾ ਕਿੰਨਾ ਸੋਹਣਾ ਗਾ, ਇਹਨੂੰ ਆਪਾਂ ਸਵੀਕਾਰ ਕਰ ਲਈਏ, ਬਸ ਇੰਨੀ ਕਾਫੀ ਆ। ਹੁਣ ਗੁਰੂ ਨਾਨਕ ਸਾਹਿਬ ਨੇ ਇੱਥੇ ਕੀ ਲਿਖਿਆ? ਮੈਨੂੰ ਮੇਰੀ ਮਾਂ ਤੇ ਮੇਰੇ ਪਿਓ ਵਾਂਗ ਰੱਬ ਲੱਗਦਾ, ਪਰਮਾਤਮਾ ਲੱਗਦਾ ਗਾ। ਮੈਨੂੰ ਮੇਰੇ ਨਾ ਭਰਾਵਾਂ ਵਾਂਗ, ਮੈਨੂੰ ਮੇਰੇ ਭਰਾਵਾਂ ਵਾਂਗ। ਗੁਰੂ ਨਾਨਕ ਸਾਹਿਬ ਦੇ ਭਰਾ ਨਹੀਂ ਸੀਗਾ। ਚਲੋ ਉੱਥੇ ਜ਼ਿਕਰ ਕੀਤਾ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਦੇ ਭਰਾ। ਮੈਨੂੰ ਮੇਰੇ ਭਰਾਵਾਂ ਵਾਂਗ ਨਾ ਕੀ ਲੱਗਦਾ ਗਾ? ਰੱਬ ਲੱਗਦਾ ਗਾ। ਮੈਨੂੰ ਮੇਰੇ ਰਿਸ਼ਤੇਦਾਰਾਂ ਵਰਗਾ ਰੱਬ ਲੱਗਦਾ। ਚਲੋ ਤੁਹਾਡਾ ਵੀ ਕਿਤੇ ਨਾ ਕਿਤੇ, ਮੇਰਾ ਵੀ ਕਿਤੇ ਨਾ ਕਿਤੇ ਕਿਸੇ ਖਾਸ ਰਿਸ਼ਤੇਦਾਰੀ ਵਿੱਚ 80-85% ਮੋਹ ਹੋਊਗਾ, ਪ੍ਰੇਮ ਹੋਊਗਾ ਵੀ ਉਹਨਾਂ ਬਿਨਾਂ ਤਾਂ ਮੈਂ ਮਰ ਜੂ, ਬਸ ਗੱਲ ਖਤਮ ਆ। ਜੇ ਕੋਈ ਗੱਲ ਹੋ ਗਈ ਨਾ ਉੱਥੇ, ਮੇਰੇ ਪੇਕੇ, ਮੇਰੇ ਸਹੁਰੀ, ਮੇਰੀ ਭੂਆ, ਮੇਰੀ ਫੁੱਫੜ, ਨਾਨੀ ਕੋਲੇ ਕੋਈ ਇਦਾਂ ਦੀ ਕਹਾਣੀ ਬਣ ਗਈ, ਮੈਂ ਖਤਮ ਹੋ ਜਾਊਗਾ। ਗੁਰੂ ਨਾਨਕ ਸਾਹਿਬ ਨੇ ਉੱਥੇ ਰਿਸ਼ਤੇਦਾਰਾਂ ਦੀ ਵੀ ਗੱਲ ਕਰਤੀ, ਮੈਨੂੰ ਰੱਬ ਮੇਰੇ ਰਿਸ਼ਤੇਦਾਰਾਂ ਵਰਗਾ ਗਾ। ਤੇ ਰਿਸ਼ਤੇਦਾਰੀਆਂ ਭੈਣ ਨਾਲ ਵੀ ਆ, ਚਾਚੇ ਕਾਲੂ ਨਾਲ ਵੀ ਆ, ਅੱਗੇ ਹੋਰ ਵੀ ਹੈਗੀਆਂ ਨੇ ਇੱਧਰ ਉੱਧਰ, ਨਾਨਕੇ ਘਰ ਵੀ ਆ, ਦਾਦਕੇ ਘਰ ਵੀ ਆ। ਤੇ ਮੈਨੂੰ ਮੇਰਾ ਰੱਬ ਕਿਹਦੇ ਵਰਗਾ ਲੱਗਦਾ? ਦੋਸਤਾਂ ਮਿੱਤਰਾਂ ਵਰਗਾ ਲੱਗਦਾ ਗਾ। ਗੁਰੂ ਸਾਹਿਬ ਨੇ ਇੱਥੇ ਇਸ਼ਾਰਾ ਕਰ ਦਿੱਤਾ। ਫਿਰ ਆਪਾਂ ਦੁਬਾਰਾ ਪੰਕਤੀ ਪੜ੍ਹ ਲਓ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸਹਾਈ ਤੋਂ ਭਾਵ ਨੇੜੇ। ਮੈਨੂੰ ਰੱਬ ਨਾ ਜਿਵੇਂ ਮੇਰੇ ਰਿਸ਼ਤੇਦਾਰ ਭੈਣ ਭਾਈ ਨੇੜੇ ਨੇੜੇ ਨੇ, ਮਾਂ ਮੈਨੂੰ ਦੀਂਦੀ ਆ, ਪਿਓ ਮੈਨੂੰ ਦੀਂਦਾ ਗਾ, ਭਰਾ ਮੈਨੂੰ ਦੀਂਦਾ, ਮੈਨੂੰ ਐਂ ਦੀਂਦਾ ਰੱਬ। ਤੇ ਆਪਣੀ ਅਵਸਥਾ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਦਾਂ ਬਣ ਜੇ। ਫਿਰ ਅਗਲੇ ਬੰਦ ਦੀ ਆਪਾਂ ਵਿਆਖਿਆ ਕਰ ਲਈ। ਉਹ ਕਿਹੜਾ ਸੀਗਾ? ਸੂਖ ਸਹਿਜ ਆਨੰਦ ਘਣੇ।
फिर सानू भाई सुख सहज ते आनंद की प्राप्ति होवेगी। अगे पातशाह जी कहते सगल सरंजाम करे प्रभ आपे। सरंजाम का अर्थ हुंदा इंतजाम, प्रबंध करना। प्रबंध कर, तू काहदा प्रबंध करना गा, तू ना परमेश्वर परमात्मा नू याद करने वाला प्रबंध कर। भई मनोरथ सो प्रभ जापे, तेरे सारे मनोरथ ना वो परमात्मा नेपरे चाढ़ दूगा, नेपरे चढ़ दू, दी जिम्मेवारी आ। पर तू प्रबंध कर काहदा, चंगे कम्मां दा प्रबंध कर, परमेश्वर नू मिलण दा प्रबंध कर, नाम जपण दा प्रबंध कर, बाणी पढ़न दा, विचारन दा, सतसंगत करन दा। इशारा कर दिता सरंजाम। इत्थे फिर पातशाह अगे कहंदे ने भई मनोरथ सो प्रभ जापे, तेरे मनोरथ, मनोरथ मीनज कम, तेरे कम्मां दे विच सहायता वो परमात्मा करेगा। सच्चा है, कोई झूठ नहीं है। अगे पातशाह जी कहंदे अर्थ धर्म काम मोख का दाता, वो परमात्मा तां ना दुनिया दे मन्ने हुए पदार्थां दे मुताबक सारे खजानियां दा मालक आ। वैसे साडे दुनिया दे विच ना दुनिया दे दाने पुरखा ने आ चार पदार्थां नूं वड्डा मन्निया गा। किहड़े किहड़े जिन्हां दा इत्थे जिक्र कीता, ये चार पदार्थां दा जिक्र सुखमनी साहिब च भी हुंदा। चार पदार्थ जे को मंगै साध जना की सेवा लागै। चार पदार्थ किहड़े किहड़े, धर्म अर्थ काम मोख। धर्म दा अर्थ सच दे आशिक होना, धर्मी होना। अगे लिखिया काम, काम तो भाव कामना, कामना तो भाव इच्छा, इच्छा पूरी करने वाला भी वो परमात्मा गा। अर्थ कम, आपां कहने तेरा अर्थ सर गया भाई, मतलब तेरा कम हो गया। अर्थ मीनज कम, ते कम साडे ए तो जैड तक सारे जुड़े हुए ने, घर दे बाहर दे सारे कम्मां नाल साडा नाता जुड़िया होया हैगा। ਉਹ ਕੰਮਾਂ ਦੇ ਵਿੱਚ ਵੀ ਵਾਹਿਗੁਰੂ ਕਿਰਪਾ ਕਰਦਾ ਹੈ। ਧਰਮ ਅਰਥ ਕਾਮ ਅਰ ਮੋਖ, ਮੋਖ ਮੀਨਜ ਮੁਕਤੀ, ਮਾੜੇ ਕੰਮਾਂ ਤੋਂ ਮੁਕਤ ਹੋ ਜਾਣਾ। ਫਿਰ ਇਹ ਪਾਤਸ਼ਾਹ ਜੀ ਕਹਿੰਦੇ ਤੇਰੀ ਝੋਲੀ ਵਿੱਚ ਗੁਰੂ ਨੇ ਪਾ ਦੇਣੇ ਆ ਭਾਈ। ਧਰਮ ਅਰਥ ਕਾਮ ਮੋਖ ਦਾ ਦਾਤਾ, ਉਹ ਖਜ਼ਾਨੇ ਦਾ ਮਾਲਕ ਹੈ। ਪੂਰੀ ਭਈ ਸਿਮਰ ਸਿਮਰ ਵਿਧਾਤਾ, ਮੈਂ ਉਹਨੂੰ ਜਦੋਂ ਸਿਮਰਨ ਲੱਗ ਗਿਆ ਨਾ, ਉਹਨੇ ਮੇਰੇ ਜੀਵਨ ਵਿੱਚ ਚੜ੍ਹਦੀ ਕਲਾ ਬਖਸ਼ ਦਿੱਤੀ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੁਰ ਆਣਿਆ। ਮੇਰੇ ਗੁਰੂ ਨੇ ਮੇਰੇ ਸਰੀਰ ਰੂਪੀ ਘਰ ਦੇ ਵਿੱਚ ਨਾ ਐਡੀ ਕ ਬਖਸ਼ਿਸ਼ ਕਰ ਦਿੱਤੀ, ਆਨੰਦ ਦੇ ਤੂਰੇ ਵੱਜਣੇ ਸ਼ੁਰੂ ਹੋ ਗਏ। ਸੋ ਇੱਥੋਂ ਤੱਕ ਸਮਾਪਤੀ ਆ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸੇਤੀ ਮਨ। ਰਤਨ ਦਰਬਾਰ ਪਈਆਂ ਸ਼ਬਦ ਗਾ